A very good morning to all of you. Dear student, today I would like to explain the concept that is a recruitment, and where I want to explain that which type of sources are there in the recruitment process. So first of all, in previous video we have all discussed regarding the process of the staffing, and in this video I would like to explain to the recruitment sources, that is the internal and external sources of recruitment. ਸਟੂਡੈਂਟਸ, ਜਿਸ ਦੇ ਵਿੱਚ ਬੇਟੇ ਅਸੀਂ ਕਰਾਂਗੇ ਕਿ ਜਦੋਂ ਇੱਕ ਆਰਗੇਨਾਈਜੇਸ਼ਨ ਰਿਕਰੂਟਮੈਂਟ ਕਰਦੀ ਹੈ, ਰਿਕਰੂਟਮੈਂਟ ਮੀਨਸ fields seek more and more people from the external and internal environment for vacant job position in the organization. ਜਦੋਂ ਅਸੀਂ ਬਹੁਤ ਸਾਰੇ ਪੀਪਲਸ ਨੂੰ ਐਕਸਟਰਨਲ ਇੰਟਰਨਲ ਸੋਰਸਿਸ ਤੋਂ ਲੱਭਦੇ ਹਾਂ ਸੋ ਦੈਟ ਵੀ ਕੈਨ ਫਿਲ ਦਾ ਜੋਬ ਪੋਜੀਸ਼ਨ ਆਫ ਦਾ ਆਰਗੇਨਾਈਜੇਸ਼ਨ, ਤਾਂ ਉਹਨੂੰ ਕੀ ਕਿਹਾ ਜਾਂਦਾ ਹੈ? ਰਿਕਰੂਟਮੈਂਟ। ਰਿਕਰੂਟਮੈਂਟ ਇੱਕ ਪੋਜ਼ੀਟਿਵ ਪ੍ਰੋਸੈਸ ਆ, ਬਿਕੋਜ਼ ਇਹਦੇ ਵਿੱਚ ਬਹੁਤ ਸਾਰੇ ਪੀਪਲਸ, ਇਹਦੇ ਵਿੱਚ ਬਹੁਤ ਸਾਰੇ ਇੰਪਲੋਈਜ਼ ਜਿਹੜੇ ਹੈਗੇ ਆ ਉਹ ਕੋਈ ਆਪਣਾ ਜਿਹੜਾ ਜੋਬ ਪੋਜੀਸ਼ਨ ਦੇ ਰਿਗਾਰਡਿੰਗ ਆਪਣੇ ਫਾਰਮਸ ਜਿਹੜੇ ਉਹਨਾਂ ਨੂੰ ਫਿਲ ਕਰ ਸਕਦੇ ਆ। Okay, so let us start from the sources of recruitment. There are two important sources of recruitment, that is the internal sources of recruitment and external sources of recruitment. As the name clear that internal sources of recruitment means ਜਦੋਂ ਅਸੀਂ ਆਰਗੇਨਾਈਜੇਸ਼ਨ ਦੇ ਵਿੱਚੋਂ ਹੀ ਰਿਕਰੂਟਮੈਂਟ ਕਰਦੇ ਹਾਂ ਕਿਸੇ ਵੇਕੈਂਟ ਜੋਬ ਪੋਜੀਸ਼ਨ ਤੇ ਇੰਪਲੋਈਜ਼ ਦੀ, ਦੇਟ ਆਰ ਕਾਲਡ ਇੰਟਰਨਲ ਸੋਰਸਿਸ ਆਫ ਰਿਕਰੂਟਮੈਂਟ। ਵੇਅਰ ਐਜ਼ ਬੇਟੇ ਜਦੋਂ ਅਸੀਂ ਆਊਟਸਾਈਡ ਦਾ ਆਰਗੇਨਾਈਜੇਸ਼ਨ ਬਹੁਤ ਸਾਰੇ ਪੀਪਲ ਜਿਹੜੇ ਆ ਫਰਦਰ ਉਹਨਾਂ ਦਾ ਨਿਊ ਟੈਲੈਂਟ, ਉਹਨਾਂ ਦੀਆਂ ਨਿਊ ਸਕਿੱਲਸ ਦੇ ਰਿਗਾਰਡਿੰਗ ਅਸੀਂ ਐਕਸਟਰਨਲ ਸੋਰਸਿਸ ਤੋਂ ਰਿਕਰੂਟਮੈਂਟ ਕਰਦੇ ਹਾਂ। ਐਕਸਟਰਨਲ ਆਊਟਸਾਈਡਰਸ ਜਿਹੜੇ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਵੇਕੈਂਟ ਜੋਬਸ ਵਾਸਤੇ ਲੈ ਕੇ ਆਉਂਦੇ ਹਾਂ, that are called external sources of recruitment. Okay, so first of all, internal sources of recruitment. Internal sources of recruitment, there are three internal sources of recruitment, ਜਿਹਦੇ ਵਿੱਚੋਂ ਤੁਹਾਡੇ ਸਿਲੇਬਸ ਦੇ ਵਿੱਚ ਦੋ ਹੀ internal sources of recruitment ਨੇ। First is a transfer, second is a promotion, but there is a third internal sources of recruitment, that is a employee referrals. ਟਰਾਂਸਫਰ ਇੰਟਰਨਲ ਰਿਕਰੂਟਮੈਂਟ ਬੇਟੇ ਜਦੋਂ ਸਾਨੂੰ ਲੱਗਦਾ ਹੈ ਕਿ ਸਾਨੂੰ ਹਾਇਰ ਜੋਬ ਵਾਸਤੇ ਕਿ ਜੋਬ ਵੇਕੈਂਟ ਹੈ ਸਾਡੀ, ਸਾਨੂੰ ਪੀਪਲ ਇੰਪਲੋਈ ਜਿਹੜੇ ਆ ਉਹਦੇ ਵਾਸਤੇ ਚਾਹੀਦੇ, ਅਤੇ ਅਸੀਂ ਆਪਣੀ ਲੋਅਰ ਲੈਵਲ ਪੀਪਲਸ ਦੇ ਵਿੱਚੋਂ ਇੰਪਲੋਈਜ਼ ਦੇ ਵਿੱਚੋਂ ਕੀ ਕਰਦੇ ਹਾਂ, ਇੱਕ ਬਹੁਤ ਹੀ ਵਧੀਆ ਪਰਸਨ ਜਿਹੜਾ ਕਿ ਰੂਲ ਰੈਗੂਲੇਸ਼ਨ ਫੋਲੋ ਕਰਦਾ ਹੋਵੇ, ਜਿਹੜਾ ਕਿ ਸਬਆਰਡੀਨੇਟ ਸੁਪੀਰੀਅਰ ਦੇ ਨਾਲ ਮਿਲ ਕੇ ਵਰਕ ਕਰਦਾ ਹੋਵੇ, ਜਿਹਨੂੰ ਕਿ ਆਪਣੀ ਆਰਗੇਨਾਈਜੇਸ਼ਨ ਦੀ ਸਾਰੀ ਇਨਫੋਰਮੇਸ਼ਨ ਹੋਵੇ, ਤਾਂ ਅਸੀਂ ਉਹਦੀ ਟਰਾਂਸਫਰ ਵੀ ਫਰੋਮ ਦਾ ਵਨ ਆਰਗੇਨਾਈਜੇਸ਼ਨ ਟੂ ਅਨਦਰ ਆਰਗੇਨਾਈਜੇਸ਼ਨ ਕਰ ਸਕਦੇ ਹਾਂ। ਓਕੇ, ਜਿਵੇਂ ਕਿ ਦੂਸਰੀ ਬ੍ਰਾਂਚ ਵਿੱਚ ਇੱਕ ਆਰਗੇਨਾਈਜੇਸ਼ਨ ਆਪਣੀ ਬ੍ਰਾਂਚ ਤੋਂ ਦੂਸਰੀ ਬ੍ਰਾਂਚ ਦੇ ਵਿੱਚ ਜਦੋਂ ਇੱਕ ਇੰਟਰਨਲ ਸੋਰਸਿਸ ਦੇ ਵਿੱਚੋਂ ਆਰਗੇਨਾਈਜੇਸ਼ਨ ਦੇ ਵਿੱਚੋਂ ਹੀ ਪੀਪਲ ਜਿਹੜਾ ਇਹਨੂੰ ਸੈਂਡ ਕੀਤਾ ਜਾਂਦਾ ਹੈ, ਦੈਟ ਆਰ ਕਾਲਡ ਟਰਾਂਸਫਰ। ਜਿਵੇਂ ਕਿ ਬੇਟੇ ਇੱਕ ਬੈਂਕ ਆ HDFC। ਓਕੇ, HDFC ਬੈਂਕ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਕਿਸੇ ਦੂਸਰੀ ਬ੍ਰਾਂਚ ਦੇ ਵਿੱਚ ਕੋਈ ਪੀਪਲ ਜਿਹੜਾ ਉਹ ਰਿਕੁਆਇਰਡ ਦਾ ਫॉर ਦਾ ਜੋਬ ਆਫ ਮੈਨੇਜਰ, ਤਾਂ ਉਹ ਕੀ ਕਰਦੇ, ਉਹ ਸਾਰੇ HDFC ਬੈਂਕ ਦੇ ਵਿੱਚੋਂ ਪੀਪਲਸ ਕੈਪੇਬਲ ਪੀਪਲ ਵੇਖਦੇ ਨੇ, ਅਤੇ ਉਹਨਾਂ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਲੋਅਰ ਲੈਵਲ ਮਤਲਬ ਜਿਹੜਾ ਕਿ ਉਹਨਾਂ ਨੂੰ ਇੰਪਲੋਈ ਨੀਚਲੇ ਲੈਵਲ ਤੋਂ ਵਧੀਆ ਲੱਗਦਾ ਆ, ਉਹ ਉਹਨੂੰ ਮੈਨੇਜਰ ਦੀ ਪੋਸਟ 'ਤੇ ਦੂਸਰੀ ਬ੍ਰਾਂਚ ਦੇ ਵਿੱਚ ਟਰਾਂਸਫਰ ਕਰ ਦਿੰਦੇ ਆ। ਇਹ ਇੱਕੋ ਇੰਸਟੀਟਿਊਸ਼ਨ ਦੇ ਵਿੱਚ ਹੁੰਦਾ, ਲਾਈਕ HDFC ਬੈਂਕ ਟਰਾਂਸਫਰ ਕਰੇਗੀ HDFC ਦੇ ਵਿੱਚ ਹੀ, SBI ਦੇ ਵਿੱਚ ਹੀ। ਇਵੇਂ ਗੌਰਮੈਂਟ ਸਕੂਲ ਜਿਹੜੇ ਆ, ਗੌਰਮੈਂਟ ਸਕੂਲ ਜਿਹੜੇ ਆ ਇੱਕ ਪਲੇਸ ਤੋਂ ਦੂਸਰੇ ਪਲੇਸ ਗੌਰਮੈਂਟ ਸਕੂਲ ਦੇ ਵਿੱਚ ਹੀ ਟਰਾਂਸਫਰ ਕਰ ਸਕਦੇ ਨੇ। ਨਾਓ ਨੈਕਸਟ ਇੰਟਰਨਲ ਸੋਰਸਿਸ ਆਫ ਰਿਕਰੂਟਮੈਂਟ, ਦੈਟ ਇਜ਼ ਅ ਪ੍ਰਮੋਸ਼ਨ। ਜਦੋਂ ਸਾਨੂੰ ਲੱਗਦਾ ਹੈ ਬੱਚੇ ਕਿ ਸਾਨੂੰ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਹਾਇਰ ਲੈਵਲ ਦੇ ਉੱਪਰ ਪੀਪਲ ਚਾਹੀਦਾ ਆ, ਐਂਡ ਸਾਨੂੰ ਕੈਪੇਬਲ ਚਾਹੀਦਾ ਆ, ਜਿਹਨੂੰ ਸਾਡੇ ਆਰਗੇਨਾਈਜੇਸ਼ਨ ਦੇ ਰੂਲ ਰੈਗੂਲੇਸ਼ਨਸ ਦੇ ਬਾਰੇ ਵੀ ਸਾਰਾ ਕੁਛ ਪਤਾ ਹੋਵੇ, ਈਵਨ
ਉਹ ਇੱਕ ਕੈਪੇਬਿਲਿਟੀ ਵੀ ਰੱਖਦਾ ਹੋਵੇ ਕਿ ਉਹ ਵਧੀਆ ਤਰੀਕੇ ਨਾਲ ਵਰਕ ਕਰ ਸਕੇ, ਦੈਟ ਆਰ ਕਾਲਡ ਪ੍ਰਮੋਸ਼ਨ। ਇੰਟਰਨਲ ਸੋਰਸਿਸ ਆਫ ਰਿਕਰੂਟਮੈਂਟ ਦੇ ਵਿੱਚ ਦੋ ਆਉਂਦੇ ਨੇ, ਦੈਟ ਇਜ਼ ਅ ਟਰਾਂਸਫਰ ਐਂਡ ਪ੍ਰਮੋਸ਼ਨ, ਜਿਹੜੇ ਕਿ ਇੰਟਰਨਲੀ ਹੀ ਪੀਪਲ ਜਿਹੜੇ ਆ ਉਹਨਾਂ ਨੂੰ ਅਸੀਂ ਪ੍ਰਮੋਟ ਕਰਦੇ ਹਾਂ। ਇੰਪਲੋਈ ਰੈਫਰਲ, ਇੰਪਲੋਈ ਰੈਫਰਲ ਜਦੋਂ ਅਸੀਂ ਬਹੁਤ ਸਾਰੇ ਇੰਪਲੋਈਜ਼ ਨੂੰ ਦੇਖਦੇ ਹਾਂ ਅਤੇ ਬਹੁਤ ਸਾਰੇ ਇੰਪਲੋਈਜ਼ ਜਿਹੜੇ ਆ ਉਹਨਾਂ ਦੀ ਰੈਫਰੈਂਸ 'ਤੇ ਅਸੀਂ ਕਿਸੇ ਇੱਕ ਪਰਸਨ ਨੂੰ ਟੋਪ ਅਥੋਰਿਟੀ ਵਾਸਤੇ ਹਾਇਰ ਕਰ ਦਿੰਦੇ ਹਾਂ, ਦੈਟ ਆਰ ਕਾਲਡ ਇੰਪਲੋਈ ਰੈਫਰੈਂਸ। So there are some advantages of internal sources of recruitment, that is it is economical। ਜਦੋਂ ਅਸੀਂ ਆਰਗੇਨਾਈਜੇਸ਼ਨ ਦੇ ਇਨ ਬਿਟਵੀਨ ਹੀ ਪੀਪਲ ਜਿਹੜੇ ਆ ਉਹਨਾਂ ਨੂੰ ਰੱਖ ਲਾਂਗੇ ਆਪਣੀ ਜੋਬ ਪੋਜੀਸ਼ਨ ਦੇ ਉੱਪਰ, ਉਹਨਾਂ ਨੂੰ ਪ੍ਰਮੋਟ ਕਰਕੇ ਜਾਂ ਹੀ ਉਹਨਾਂ ਨੂੰ ਟਰਾਂਸਫਰ ਕਰ ਦਾਂਗੇ, ਅਤੇ ਬੇਟੇ ਇਕਨੋਮਿਕਲ ਹੈ ਅਤੇ ਜ਼ਿਆਦਾ ਕਾਸਟ ਨਹੀਂ ਆਉਂਦੀ, ਕਿਉਂਕਿ ਸਾਡੇ ਕੋਲ ਪੀਪਲ ਹੁੰਦੇ ਨੇ ਅਤੇ ਅਸੀਂ ਉਹਨਾਂ ਨੂੰ ਜਸਟ ਇੱਕ ਪਲੇਸ ਤੋਂ ਦੂਸਰੀ ਪਲੇਸ ਦੇ ਉੱਪਰ ਐਡਜਸਟ ਕਰ ਦਿੰਦੇ ਹਾਂ। ਇਟ ਮੋਟੀਵੇਟਸ ਦਾ ਐਗਜ਼ਿਸਟੈਂਟ ਇੰਪਲੋਈ, ਅਤੇ ਜਦੋਂ ਇੱਕ ਪ੍ਰਮੋਟ ਹੁੰਦਾ ਆ ਪਰਸਨ ਜਾਂ ਇੱਕ ਦੀ ਪ੍ਰਮੋਸ਼ਨ ਦੇ ਨਾਲ ਟਰਾਂਸਫਰ ਹੁੰਦੀ ਹੈ, ਅਤੇ ਇਹਦੇ ਨਾਲ ਦੂਸਰੇ ਇੰਪਲਾਈ ਵੀ ਮੋਟੀਵੇਟ ਹੁੰਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਵੀ ਪ੍ਰਮੋਸ਼ਨ ਦੇ ਚਾਂਸ ਜਿਹੜੇ ਆ ਉਹ ਮਿਲ ਸਕਦੇ ਨੇ, ਅਤੇ ਹੋਰ ਵੀ ਵਧੀਆ ਵਰਕ ਕਰਦੇ ਨੇ, ਜਿਹਦੇ ਨਾਲ ਦੇ ਕੈਨ ਅਚੀਵ ਦਾ ਟਾਰਗੇਟ ਆਫ ਦਾ ਆਰਗੇਨਾਈਜੇਸ਼ਨ ਈਜ਼ੀਲੀ। ਲੈਸ ਅਮਾਊਂਟ ਇਜ਼ ਸਪੈਂਡ ਔਨ ਟ੍ਰੇਨਿੰਗ, ਉਹਨਾਂ ਨੂੰ ਰੂਲ ਰੈਗੂਲੇਸ਼ਨਸ ਦਾ ਪਤਾ ਹੁੰਦਾ ਆ, ਉਹਨਾਂ ਨੂੰ ਪਤਾ ਹੁੰਦਾ ਹੈ ਵਰਕਿੰਗ ਕਿਸ ਤਰੀਕੇ ਨਾਲ ਹੁੰਦੀ ਆ, ਕਿਸ ਲੈਵਲ 'ਤੇ ਕਿੱਦਾਂ ਵਰਕ ਕੀਤਾ ਜਾਏਗਾ, ਇਸ ਕਰਕੇ ਉਹਦੇ ਵਿੱਚ ਟ੍ਰੇਨਿੰਗ ਦੀ ਜ਼ਰੂਰਤ ਨਹੀਂ ਪੈਂਦੀ। ਸਮਹਾ ਉਹਨਾਂ ਨੂੰ ਥੋੜ੍ਹੀ ਬਹੁਤ ਇਨਫੋਰਮੇਸ਼ਨ ਦੇਣੀ ਪੈਂਦੀ ਹੈ, ਜ਼ਿਆਦਾ ਇਨਫੋਰਮੇਸ਼ਨ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਨੈਕਸਟ, ਦ ਇੰਪਲੋਈ ਆਰ ਆਲਰੇਡੀ ਫੈਮਿਲੀਅਰ ਵਿਦ ਰੂਲਸ ਐਂਡ ਰੈਗੂਲੇਸ਼ਨ, ਇੰਪਲੋਈ ਆਲਰੇਡੀ ਫੈਮਿਲੀਅਰ ਹੁੰਦੇ ਨੇ ਬੇਟੇ ਰੂਲ ਰੈਗੂਲੇਸ਼ਨਸ ਦੇ ਨਾਲ, ਉਹਨਾਂ ਨੂੰ ਪਤਾ ਹੁੰਦਾ ਹੈ ਕਿੱਥੇ ਸਟ੍ਰਿਕਨੈਸ ਯੂਜ਼ ਕਰਨੀ ਆ, ਕਿੱਥੇ ਲੀਨੀਅੰਟ ਹੋ ਸਕਦੇ ਆ, ਸੋ ਔਨ, ਉਹਨਾਂ ਨੂੰ ਈਚ ਐਂਡ ਐਵਰੀ ਕਨਸੈਪਟ ਆਫ ਦਾ ਆਰਗੇਨਾਈਜੇਸ਼ਨ ਪਤਾ ਹੁੰਦਾ ਹੈ। ਇੰਪਰੂਵ ਪਰਫੋਰਮੈਂਸ ਆਫ ਇੰਪਲੋਈ, ਜਦੋਂ ਇੱਕ ਇੰਪਲੋਈ ਦੀ ਪ੍ਰਮੋਸ਼ਨ ਫਰੋਮ ਵਨ ਸਟੇਜ ਟੂ ਅਨਦਰ ਸਟੇਜ ਹੋ ਜਾਂਦੀ ਆ, ਤਾਂ ਉਹਦੇ ਨਾਲ ਦੂਸਰੇ ਇੰਪਲੋਈਜ਼ ਦੀ ਪਰਫੋਰਮੈਂਸ ਵੀ ਇੰਪਰੂਵ ਹੁੰਦੀ ਆ, ਸੋ ਦੈਟ ਉਹ ਵੀ ਆਪਣੀ ਜਿਹੜੀ ਹੈਗੀ ਆ ਕੈਪੇਬਿਲਿਟੀ ਉਹਨੂੰ ਐਨਹਾਂਸ ਕਰ ਸਕਣ, ਸੋ ਦੈਟ ਨੈਕਸਟ ਟਾਈਮ ਉਹਨਾਂ ਦੀ ਪ੍ਰਮੋਸ਼ਨ ਦੀ ਟਰਨ ਜਿਹੜੀ ਉਹ ਆ ਸਕੇ। ਨੋ ਨੀਡ ਫਾਰ ਟ੍ਰੇਨਿੰਗ, ਇਹਦੇ ਵਿੱਚ ਸਾਨੂੰ ਵਰਕ ਕਰਨ ਵਾਸਤੇ, ਕਰਵਾਉਣ ਵਾਸਤੇ ਜਾਂ ਸਾਨੂੰ ਆਪਣਾ ਟਾਰਗੇਟ ਅਚੀਵ ਕਰਨ ਵਾਸਤੇ ਇੰਪਲੋਈ ਨੂੰ ਟ੍ਰੇਨਿੰਗ ਦੇਣ ਦੀ ਜ਼ਰੂਰਤ ਨਹੀਂ ਪੈਂਦੀ। There are some drawbacks of internal source of recruitment, that is no fresh and new idea will come in the organization। ਜਦੋਂ ਅਸੀਂ ਆਪਣੇ ਇੰਟਰਨਲ ਸੋਰਸਿਸ ਤੋਂ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਵਾਲਾ ਪੀਪਲ ਹੀ ਜਿਹੜਾ ਆ ਉਹਨੂੰ ਹਾਇਰ ਕਰ ਲਾਂਗੇ ਫॉर ਦਾ ਹਾਇਰ ਜੋਬ, ਅਤੇ ਉਹਦੇ ਨਾਲ ਕੋਈ ਫਰੈਸ਼ ਆਈਡੀਆ, ਕੋਈ ਫਰੈਸ਼ ਨਿਊ ਆਈਡੀਆ ਜਿਹੜਾ ਆਰਗੇਨਾਈਜੇਸ਼ਨ ਦੇ ਵਿੱਚ ਨਹੀਂ ਆਉਂਦਾ, ਸੇਮ ਉਸੇ ਤਰੀਕੇ ਨਾਲ ਹੀ ਆਰਗੇਨਾਈਜੇਸ਼ਨ ਜਿਹੜੀ ਉਹ ਚੱਲਦੀ ਰਹਿੰਦੀ ਆ। ਦੇਰ ਵਿਲ ਬੀ ਅ ਲਿਮਿਟਡ ਚੋਇਸ, ਇਹਦੇ ਵਿੱਚ ਸਿਰਫ ਲਿਮਿਟਡ ਚੋਇਸ ਹੁੰਦੀ ਹੈ, ਕੋਈ 2 or 3 ਪੀਪਲਸ ਹੀ ਹੁੰਦੇ ਆ ਜਿਨ੍ਹਾਂ 'ਚੋਂ ਅਸੀਂ ਉਹਨਾਂ ਨੂੰ ਪ੍ਰਮੋਟ ਕਰਕੇ ਅਸੀਂ ਉਹਨੂੰ ਇੱਕ ਸਟੈਂਡਰਡ ਦੇ ਉੱਪਰ ਰੱਖ ਸਕਦੇ ਹਾਂ, ਅਤੇ ਉਹਦੇ ਤੋਂ ਇਲਾਵਾ ਅਸੀਂ ਕਿਸੇ ਨੂੰ ਵੀ ਚੂਜ਼ ਨਹੀਂ ਕਰ ਸਕਦੇ। ਨਾਟ ਸੂਟੇਬਲ ਫॉर ਨਿਊ ਆਰਗੇਨਾਈਜੇਸ਼ਨ, ਨਵੀਆਂ ਆਰਗੇਨਾਈਜੇਸ਼ਨ ਵਾਸਤੇ ਸੂਟੇਬਲ ਨਹੀਂ ਆ, ਕਿਉਂਕਿ ਉਹਦੇ ਵਾਸਤੇ ਸਾਨੂੰ ਬਹੁਤ ਸਾਰੇ ਪੀਪਲ ਦੀ ਆਊਟਸਾਈਡ ਆਫ ਆਰਗੇਨਾਈਜੇਸ਼ਨ ਤੋਂ ਸੀਕ ਕਰਨ ਦੀ ਜ਼ਰੂਰਤ ਪੈਂਦੀ ਹੈ। ਨੈਕਸਟ, ਫਰੀਕੁਐਂਟ ਟਰਾਂਸਫਰ ਮੇ ਰਿਡਿਊਸ ਦਾ ਪ੍ਰੋਡਕਟੀਵਿਟੀ ਆਫ ਇੰਪਲੋਈ। ਸਮਾਂ ਬੇਟੇ ਜਦੋਂ ਅਸੀਂ ਬਾਰ-ਬਾਰ ਇੱਕ ਪਰਸਨ ਦੀ ਟਰਾਂਸਫਰ ਫਰੋਮ ਵਨ ਬ੍ਰਾਂਚ ਟੂ ਅਨਦਰ ਬ੍ਰਾਂਚ, ਫਰੋਮ ਵਨ ਕੰਪਨੀ ਟੂ ਅਨਦਰ ਕੰਪਨੀ ਕਰਦੇ ਰਹਾਂਗੇ, ਤਾਂ ਉਹਦੀ ਜਿਹੜੀ ਪ੍ਰੋਡਕਟੀਵਿਟੀ ਆ, ਉਹਦੀ ਜਿਹੜੀ ਵਰਕਿੰਗ ਕਰਨ ਦੀ ਕੈਪੇਬਿਲਿਟੀ ਆ, ਉਹ ਵੀ ਰਿਡਿਊਸ ਹੋ ਜਾਂਦੀ ਆ, ਕਿਉਂਕਿ ਹਰ ਟਾਈਮ ਨਵੀਂ ਪਲੇਸ 'ਤੇ ਜਾ ਕੇ ਵਰਕ ਕਰਨਾ ਜਿਹੜਾ ਹੈ ਉਹ ਔਖਾ ਹੋ ਜਾਂਦਾ ਹੈ। Now next, that is the external source of recruitment। external sources of recruitment, ਜਦੋਂ ਆਰਗੇਨਾਈਜੇਸ਼ਨ ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਆ ਆਊਟਸਾਈਡ ਦਾ ਪੀਪਲ ਨੂੰ ਸੈਂਡ ਕਰ ਦਿੰਦੀ ਆ ਕਿ ਇਹਨਾਂ ਜੋਬ ਪੋਜੀਸ਼ਨ ਵਾਸਤੇ ਅਗਰ ਕੋਈ ਪਰਸਨ, ਕੋਈ ਇੰਪਲੋਈ ਜਿਹੜਾ ਆ ਉਹ ਇੰਟਰਸਟਡ ਆ ਤਾਂ ਤੁਸੀਂ ਫਿਲ ਕਰ ਸਕਦੇ ਹੋ, ਅਤੇ ਉਹਦੇ ਵਿੱਚੋਂ ਜਦੋਂ ਅਸੀਂ ਬਹੁਤ ਸਾਰੇ ਪੀਪਲ ਦੇ ਫਾਰਮਸ ਆਪਣੇ ਕੋਲ ਲੈ ਕੇ ਆਉਂਦੇ ਹਾਂ, ਦੈਟ ਆਰ ਕਾਲਡ ਐਕਸਟਰਨਲ ਸੋਰਸ ਆਫ ਰਿਕਰੂਟਮੈਂਟ, ਜਿਹਦੇ ਵਿੱਚ ਬੇਟੇ ਬਹੁਤ ਸਾਰਾ ਨੈਟਵਰਕ ਹੁੰਦਾ ਆ, ਬਹੁਤ ਸਾਰੀਆਂ ਐਪਲੀਕੇਸ਼ਨਸ ਆਉਂਦੀਆਂ ਨੇ ਸਾਡੇ ਕੋਲ, ਈਵਨ ਬਹੁਤ ਸਾਰਾ ਟੈਲੈਂਟ ਆਉਂਦਾ ਆ, ਬਹੁਤ ਸਾਰੇ ਸਕਿਲਡ ਪੀਪਲ ਆਉਂਦੇ ਨੇ, ਕ੍ਰੀਏਟੀਵਿਟੀ ਵਾਲੇ ਪੀਪਲਸ ਜਿਹੜੇ ਆ ਆਰਗੇਨਾਈਜੇਸ਼ਨ ਦੇ ਵਿੱਚ ਆਉਂਦੇ ਆ, ਜਿਹਦੇ ਵਿੱਚੋਂ ਸਾਡੇ ਕੋਲ ਲੋਟਸ ਆਫ ਚੋਇਸ ਹੁੰਦੀ ਹੈ ਕਿ ਅਸੀਂ
ਬੈਸਟ ਐਂਡ ਬੈਸਟ ਪੀਪਲ ਨੂੰ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਹਾਇਰ ਕਰ ਸਕੀਏ। ਸੋ ਸਮ ਐਡਵਾਂਟੇਜਸ ਆਫ ਐਕਸਟਰਨਲ ਰਿਕਰੂਟਮੈਂਟ, ਫਰੈਸ਼ ਟੈਲੈਂਟ। ਜਦੋਂ ਆਊਟਸਾਈਡ ਦਾ ਆਰਗੇਨਾਈਜੇਸ਼ਨ ਅਸੀਂ ਇੰਪਲੋਏ ਲੈ ਕੇ ਆਵਾਂਗੇ ਤਾਂ ਫਰੈਸ਼ ਟੈਲੈਂਟ ਹੋਣਗੇ, ਉਹਦੇ ਤੋਂ ਸਾਨੂੰ ਕੁਛ ਨਵੇਂ ਟੈਕਨੀਕਸ, ਨਿਊ ਆਈਡੀਆਜ਼, ਨਿਊ ਟੈਲੈਂਟ ਜਿਹੜਾ ਆ ਮਿਲੇਗਾ। ਵਾਈਡਰ ਚੋਇਸ, ਬਹੁਤ ਸਾਰੇ ਇੰਪਲੋਈਜ਼ ਹੁੰਦੇ ਨੇ, ਬਹੁਤ ਸਾਰੇ ਪੀਪਲ ਹੁੰਦੇ ਨੇ ਜਿਨ੍ਹਾਂ ਨੂੰ ਜੋਬ ਦੀ ਜ਼ਰੂਰਤ ਹੁੰਦੀ ਆ, ਜਿਹੜੇ ਜੋਬ ਲੱਭਦੇ ਪਏ ਹੁੰਦੇ ਆ, ਅਤੇ ਉਹ ਸਾਰੇ ਹੀ ਸਾਨੂੰ ਐਪਲੀਕੇਸ਼ਨ ਜਿਹੜੀਆਂ ਉਹ ਪ੍ਰੋਵਾਈਡ ਕਰਵਾ ਦਿੰਦੇ ਆ, ਜਿਹਦੇ ਨਾਲ ਸਾਡੇ ਕੋਲ ਵਾਈਡਰ ਚੋਇਸ ਹੁੰਦੀ ਆ। ਬਹੁਤ ਜ਼ਿਆਦਾ ਪੀਪਲਸ ਹੁੰਦੇ ਨੇ ਅਤੇ ਅਸੀਂ ਈਜ਼ੀਲੀ ਕੋਈ ਵੀ ਪਰਸਨ, ਕੈਪੇਬਲ ਪਰਸਨ ਜੋਬ ਪੋਜੀਸ਼ਨ 'ਤੇ ਰੱਖ ਸਕਦੇ ਹਾਂ। ਕੁਆਲੀਫਾਈਡ ਪਰਸੋਨਲ, ਕੁਆਲੀਫਾਈਡ ਪਰਸੋਨਲ ਕਿ ਬਹੁਤ ਸਾਰੇ ਪੀਪਲ ਜਦੋਂ ਸਾਡੇ ਕੋਲ ਆਉਣਗੇ ਤਾਂ ਅਸੀਂ ਉਹਦੇ ਵਿੱਚੋਂ ਬੈਸਟ ਕੁਆਲੀਫਾਈਡ ਪੀਪਲ ਹੀ ਹਾਇਰ ਕਰਾਂਗੇ ਆਰਗੇਨਾਈਜੇਸ਼ਨ ਵਾਸਤੇ। ਲੇਟੈਸਟ ਟੈਕਨੋਲੋਜੀ ਨੌਲੇਜ, ਲੇਟੈਸਟ ਟੈਕਨੋਲੋਜੀ ਨੌਲੇਜ ਉਹ ਪੀਪਲ, ਉਹਨਾਂ ਪੀਪਲਸ ਨੂੰ ਅਸੀਂ ਹਾਇਰ ਕਰਾਂਗੇ ਹੂ ਹੈਵ ਆ ਲੇਟੈਸਟ ਟੈਕਨੋਲੋਜੀ ਨੌਲੇਜ ਰਿਗਾਰਡਿੰਗ ਦਾ ਜੋਬ। ਓਕੇ, ਸੋ ਨੈਕਸਟ ਕੰਪੀਟੀਟਿਵ ਸਪਿਰਿਟ, ਅਤੇ ਉਹਨਾਂ ਦੇ ਵਿੱਚ ਬੇਟੇ ਕੰਪੀਟੀਟਿਵ ਸਪਿਰਿਟ ਵੀ ਹੁੰਦੀ ਆ ਕਿ ਉਹ ਦੂਸਰੇ ਪੀਪਲ ਤੋਂ ਵਧੀਆ, ਬੈਸਟ ਐਂਡ ਬੈਸਟ ਕਰਕੇ ਆਪਣੀ ਪਰਫੋਰਮੈਂਸ ਨੂੰ ਜੋਬ ਪੋਜੀਸ਼ਨ ਜਿਹੜੀ ਆਰਗੇਨਾਈਜੇਸ਼ਨ ਵਿੱਚ ਉਹ ਲੈ ਸਕਣ। There are also some demerits of external recruitment, that is the morale of existing employee goes down. ਜਦੋਂ ਅਸੀਂ ਨਿਊ ਪੀਪਲਸ ਆਰਗੇਨਾਈਜੇਸ਼ਨ ਦੇ ਵਿੱਚ ਲੈ ਕੇ ਆਉਂਦੇ ਹਾਂ, ਨਿਊ ਪੀਪਲਸ ਨੂੰ ਲਿਆ ਕੇ ਹਾਇਰ ਪੋਜੀਸ਼ਨ 'ਤੇ ਰੱਖ ਦਿੰਦੇ ਹਾਂ, ਉਹਦੇ ਨਾਲ ਮੋਰਲ ਆਫ ਦਾ ਐਗਜ਼ਿਸਟਿੰਗ ਇੰਪਲੋਏ ਰਿਡਿਊਸ ਹੋ ਜਾਂਦਾ ਆ, ਨੀਚੇ ਚਲਾ ਜਾਂਦਾ ਹੈ ਕਿ ਉਹ ਪੀਪਲ ਜਿਹੜਾ ਬਾਹਰੋਂ ਲਿਆਇਆ ਗਿਆ ਕੀ ਉਹ ਸਾਡੇ ਨਾਲੋਂ ਵਧੀਆ ਸੀਗਾ। The new employee may not adjust in the rule and regulation of organization. Somehow ਬੇਟੇ ਕੋਈ ਨਵੇਂ ਇੰਪਲੋਈ ਜਿਹੜੇ ਆ ਕਈ ਵਾਰ ਰੂਲ ਰੈਗੂਲੇਸ਼ਨ ਆਫ ਦਾ ਆਰਗੇਨਾਈਜੇਸ਼ਨ ਦੇ ਨਾਲ ਐਡਜਸਟ ਨਹੀਂ ਕਰ ਪਾਉਂਦੇ ਅਤੇ ਈਜ਼ੀਲੀ ਮੂਵ ਔਨ ਹੋ ਜਾਂਦੇ ਨੇ। ਇਟ ਇਜ਼ ਐਕਸਪੈਂਸਿਵ, ਜਦੋਂ ਨੰਬਰ ਆਫ ਪੀਪਲਸ ਅਸੀਂ ਲੈ ਕੇ ਆਵਾਂਗੇ, ਐਪਲੀਕੇਸ਼ਨਸ ਲੈ ਕੇ ਆਵਾਂਗੇ, ਅਸੀਂ ਪਹਿਲਾਂ ਉਹਨਾਂ ਵਾਸਤੇ ਇੰਟਰਵਿਊ ਕੰਡਕਟ ਕਰਾਂਗੇ, ਐਗਜ਼ਾਮ ਕੰਡਕਟ ਕਰਾਂਗੇ। ਓਕੇ, ਸੋ ਜਿਹੜਾ ਬਹੁਤ ਸਾਰਾ ਐਕਸਪੈਂਸਿਵ ਹੋ ਜਾਂਦਾ ਹੈ, ਕਾਸਟਲੀ, ਇਕਨੋਮਿਕਲ ਨਹੀਂ ਹੁੰਦਾ। ਲੈਂਥੀ ਪ੍ਰੋਸੈਸ, ਇਟ ਇਜ਼ ਅ ਲੈਂਥੀ ਪ੍ਰੋਸੈਸ। ਫਸਟ ਆਫ ਆਲ ਅਸੀਂ ਜੋਬ ਨਿਕਾਲਾਂਗੇ, ਠੀਕ ਆ, ਉਸ ਤੋਂ ਬਾਅਦ ਪੀਪਲਸ ਜਿਹੜੇ ਆ ਉਹਨਾਂ ਵਾਸਤੇ ਫਿਲ ਕਰਨਗੇ, ਦੈਨ ਅਸੀਂ ਉਹਨਾਂ ਦੇ ਵਿੱਚੋਂ ਕੁਛ ਵਧੀਆ ਪੀਪਲਸ ਨੂੰ ਸਿਲੈਕਟ ਕਰਾਂਗੇ, ਉਹਨਾਂ ਦੀ ਇੰਟਰਵਿਊ ਲਵਾਂਗੇ, ਅਗੇਨ ਅਸੀਂ ਉਹਨਾਂ ਦੇ ਵਿੱਚੋਂ ਕੁਛ ਉਹ ਪਰਸਨਸ ਰੱਖਾਂਗੇ ਹੂ ਆਰ ਦਾ ਸੂਟੇਬਲ ਫॉर ਦਾ ਆਰਗੇਨਾਈਜੇਸ਼ਨ ਜੋਬ ਪੋਜੀਸ਼ਨ। ਓਕੇ, ਸੋ ਬੇਟੇ this is your today's topic, and if you have any query you can message me on my WhatsApp number। and ਇਸ ਤੋਂ ਇਲਾਵਾ ਬੇਟੇ ਐਕਸਟਰਨਲ ਸੋਰਸਿਸ ਦੇ ਬਹੁਤ ਸਾਰੇ ਮੈਥਡਸ ਨੇ, ਜਿੱਦਾਂ ਕਿ ਅਸੀਂ ਕੀਤਾ ਸੀਗਾ ਇੰਟਰਨਲ ਸੋਰਸਿਸ ਦੇ ਵਿੱਚ ਪ੍ਰਮੋਸ਼ਨ ਹੁੰਦੀ ਆ, ਟ੍ਰਾਂਸਫਰ ਹੁੰਦੀ ਆ, ਇੰਪਲੋਈ ਦੀ ਰੈਫਰੈਂਸ ਹੁੰਦੀ ਆ, ਇਸੇ ਤਰੀਕੇ ਨਾਲ ਕੁਛ ਰਿਕਰੂਟਮੈਂਟ, ਐਕਸਟਰਨਲ ਰਿਕਰੂਟਮੈਂਟ ਦੇ ਵੀ ਮੈਥਡਸ ਨੇ ਜਿਨ੍ਹਾਂ ਨੂੰ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਫਾਈਨ ਕਰਾਂਗੇ। ਥੈਂਕਸ ਐਂਡ ਹੈਵ ਅ ਨਾਈਸ ਡੇ।